हेलो एवरीवन वेलकम टू मी हिंदी बच्चे दिस इज साक्षी अग्रवाल। सो पिछले ਲੈਕਚਰ ਦੇ ਵਿੱਚ ਆਪਾਂ ਨੇ ਕੁਐਸਚਨਸ ਡਿਸਕਸ ਕੀਤੇ ਸੀ ਪੀਪੀਐਸਸੀ ਪ੍ਰਿੰਸੀਪਲ ਐਗਜ਼ਾਮ ਦੇ ਪੋਲਿਟੀ ਦੇ ਕੁਐਸਚਨਸ ਡਿਸਕਸ ਕੀਤੇ ਸੀ 2019 ਤੇ 20 ਦੇ। ਸੋ ਇਹ ਵੀਡੀਓ ਦੇ ਵਿੱਚ ਆਪਾਂ ਜਿਹੜੇ ਟੌਪਿਕਸ ਬਚ ਗਏ ਸੀ ਹੁਣ ਉਹਨਾਂ ਦੇ ਕੁਐਸਚਨਸ ਦੇਖਾਂਗੇ। ਓਕੇ ਸੋ ਸਟਾਰਟ ਕਰਦੇ ਹਾਂ। ਸੋ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਜਲਦੀ ਹੀ ਜਿਹੜਾ ਪ੍ਰਿੰਸੀਪਲ ਦਾ ਆਨਲਾਈਨ ਕੋਰਸ ਹੈ ਉਹ ਸਟਾਰਟ ਹੋਣ ਜਾ ਰਿਹਾ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ फर्स्ट क्वेश्चन आज था Constitution has vested the residuary powers with the center, but final authority to decide whether matter falls under residuary power or not rest with Constitution ने ਜਿਹੜਾ residuary powers हैं ਉਹ center ਨੂੰ ਦਿੱਤੀਆਂ ਹੋਈਆਂ ਨੇ but ਇਹ ਕੌਣ ਹੈ final authority ਜਿਹੜੀ ਕਿ decide ਕਰੂਗੀ ਕਿ ਜਿਹੜਾ ਵੀ matter ਦੀ ਆਪਾਂ ਗੱਲ ਕਰ ਰਹੇ ਹਾਂ ਉਹ residuary power ਦੇ ਅੰਦਰ ਆਊਗਾ ਜਾਂ ਨਹੀਂ ਆਊਗਾ। पार्लियामेंट प्रेसिडेंट राज्य सभा या फिर सुप्रीम कोर्ट। पहले ਇਹਦੇ ਬਾਰੇ ਡਿਸਕਸ ਕਰਦੇ ਹਾਂ ਫਿਰ ਦੇਖਦੇ ਹਾਂ। ਦੇਖੋ ਕਨਸਟੀਟਿਊਸ਼ਨ ਨੇ ਰੈਜ਼ੀਡਰੀ ਪਾਵਰਸ ਕਿਹਨੂੰ ਦਿੱਤੀਆਂ ਨੇ ਸੈਂਟਰ ਨੂੰ। ਇਹ ਵੀ ਆਪਣੇ ਆਪ ਚ ਕੁਐਸਚਨ ਹੈ ਯਾਦ ਰੱਖਿਓ ਠੀਕ ਹੈ। ਉਹ ਤੋਂ ਬਾਅਦ ਫਾਈਨਲ ਅਥਾਰਟੀ ਕਿ ਕੋਈ ਵੀ ਮੈਟਰ ਜਿਹੜਾ ਹੈ ਉਹ ਰੈਜ਼ੀਡਰੀ ਪਾਵਰਸ ਦੇ ਅੰਦਰ ਆਊਗਾ ਜਾਂ ਨਹੀਂ ਆਊਗਾ ਉਹਦੀ ਅਥਾਰਟੀ ਦਿੱਤੀ ਗਈ ਹੈ ਸੁਪਰੀਮ ਕੋਰਟ ਨੂੰ ਠੀਕ ਹੈ। ਸੋ ਇਹਦਾ ਆਨਸਰ ਕੀ ਆਏਗਾ ਡੀ दैट इज सुप्रीम कोर्ट। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਹਿੰਦਾ ਅਗਰ ਮਨੀ ਬਿੱਲ ਨੂੰ ਰਾਜ ਸਭਾ ਦੇ ਵਿੱਚ ਅਮੈਂਡ ਕੀਤਾ ਗਿਆ ਤਾਂ ਇਹਨਾਂ ਵਿੱਚੋਂ ਕਿਹੜੀ ਚੀਜ਼ ਹੋ ਸਕਦੀ ਹੈ। ਜਿਹੜੀ ਲੋਕ ਸਭਾ ਹੈ ਉਹ ਬਿੱਲ ਦੇ ਨਾਲ ਪ੍ਰੋਸੀਡ ਕਰ ਸਕਦੀ ਹੈ ਜਿਹੜੀ ਅਮੈਂਡਮੈਂਟਸ ਰਾਜ ਸਭਾ ਨੇ ਕੀਤੀਆਂ ਨੇ ਉਹਨੂੰ ਮੰਨਦੇ ਹੋਏ ਜਾਂ ਫਿਰ ਨਾ ਮੰਨਦੇ ਹੋਏ। ਸੈਕਿੰਡ ਹੈ ਕਿ ਲੋਕ ਸਭਾ ਜਿਹੜੀ ਹੈ ਉਹ ਬਿੱਲ ਨੂੰ ਫਰਦਰ ਕੰਸੀਡਰ ਨਹੀਂ ਕਰ ਸਕਦੀ ਠੀਕ ਹੈ। ਉਹ ਤੋਂ ਬਾਅਦ ਥਰਡ ਹੈ ਕਿ ਜਿਹੜੀ ਲੋਕ ਸਭਾ ਹੈ ਉਹ ਬਿੱਲ ਨੂੰ ਰਾਜ ਸਭਾ ਦੇ ਲਈ ਰਾਜ ਸਭਾ ਦੇ ਵਿੱਚ ਭੇਜੂਗੀ ਰੀਕਨਸੀਡਰੇਸ਼ਨ ਦੇ ਲਈ। ਤੇ ਨੈਕਸਟ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਜੁਆਇੰਟ ਸਿਟਿੰਗ ਬੁਲਾਊਗਾ ਕਿ ਬਿੱਲ ਹੈ ਜਿਹੜਾ ਉਹ ਪਾਸ ਹੋ ਜਾਏ। ਸੋ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਕਲੀਅਰ ਕਰਨਾ ਚਾਹੁੰਦੀ ਹਾਂ ਜਿਹੜਾ ਇੱਥੇ ਵਰਡ ਸਬਸਟੈਂਸ਼ੀਅਲੀ ਯੂਜ਼ ਕੀਤਾ ਹੋਇਆ ਹੈ ਇਹਦਾ ਮਤਲਬ ਹੈ ਕਿ ਰਾਜ ਸਭਾ ਨੇ ਕਾਫੀ ਜ਼ਿਆਦਾ ਅਮੈਂਡ ਕਰਤਾ ਬਿੱਲ ਨੂੰ ਠੀਕ ਹੈ। ਸੋ ਹੁਣ ਦੇਖਦੇ ਹਾਂ ਕਿ ਇਹਦਾ ਆਨਸਰ ਕੀ ਆਏਗਾ। ਪਹਿਲਾਂ ਡਿਸਕਸ ਕਰਦੇ ਹਾਂ। ਦੇਖੋ ਜਿਹੜਾ ਮਨੀ ਬਿੱਲ ਹੈ ਅਗਰ ਆਪਾਂ ਗੱਲ ਕਰੀਏ ਕਨਸਟੀਟਿਊਸ਼ਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਮਨੀ ਬਿੱਲ ਨਾਲ ਰਿਲੇਟਡ ਹੈ 110 ਠੀਕ ਹੈ। ਹੁਣ ਮਨੀ ਬਿੱਲ ਦੇ ਵਿੱਚ ਜਿਹੜੇ 110 ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ ਉਹੀ ਮੈਟਰਸ ਹਨ ਜਿਹੜੇ ਉਹ ਇਨਕਲੂਡ ਕੀਤੇ ਹੁੰਦੇ ਆ ਕਿਉਂਕਿ ਇੱਕ ਫਾਈਨੈਂਸ਼ੀਅਲ ਬਿੱਲ ਹੁੰਦਾ ਇੱਕ ਮਨੀ ਬਿੱਲ ਹੁੰਦਾ ਹੈ। ਫਾਈਨੈਂਸ਼ੀਅਲ ਬਿੱਲ ਤੇ ਮਨੀ ਬਿੱਲ ਅਲੱਗ-ਅਲੱਗ ਹੁੰਦੇ ਨੇ ਠੀਕ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਮਨੀ ਬਿੱਲ ਨੂੰ ਮਨੀ ਬਿੱਲ ਕਦੋਂ ਬੋਲਾਂਗੇ ਜਦੋਂ ਉਹਦੇ ਵਿੱਚ ਕਿਹੜੇ-ਕਿਹੜੇ ਮੈਟਰਸ ਹੋਣਗੇ। ਇਹਨਾਂ ਵਿੱਚ ਕਿਹੜੇ-ਕਿਹੜੇ ਆ ਦੇਖੋ ਕੋਈ ਵੀ ਟੈਕਸ ਨੂੰ ਲਗਾਉਣਾ ਹੋਵੇ ਜਾਂ ਫਿਰ ਰੈਗੂਲੇਟ ਕਰਨਾ ਹੋਵੇ ਉਹਦੀ ਗੱਲ ਕੀਤੀ ਜਾਵੇ ਤਾਂ ਉਹ ਮਨੀ ਬਿੱਲ ਹੁੰਦਾ ਹੈ। ਰੈਗੂਲੇਸ਼ਨ ਆਫ ਬੋਰਿੰਗ ਆਫ ਮਨੀ ਬਾਈ ਗਵਰਨਮੈਂਟ ਆਫ ਇੰਡੀਆ ਜਿਹੜੀ ਗਵਰਨਮੈਂਟ ਆਫ ਇੰਡੀਆ ਮਨੀ ਨੂੰ ਬੋਰੋ ਕਰਦੇ ਉਹਨੂੰ ਰੈਗੂਲੇਟ ਕਰਨਾ ਉਹਦੀ ਗੱਲ ਕੀਤੀ ਗਈ ਹੋਵੇ ਤਾਂ ਉਹ ਮਨੀ ਬਿੱਲ ਹੁੰਦਾ ਹੈ ਠੀਕ ਹੈ। ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚੋਂ ਪੈਸੇ ਨੂੰ ਵਿਡਰਾ ਕਰਨਾ ਹੈ ਸੋ ਇਹ ਚੀਜ਼ਾਂ ਕਿਹਦੇ ਅੰਦਰ ਆਉਣਗੀਆਂ ਮਨੀ ਬਿੱਲ ਦੇ ਅੰਦਰ ਠੀਕ ਹੈ। ਸੋ ਜਿਹੜੇ ਇਹ ਮੈਟਰਸ ਹੈ ਕਿ ਅਗਰ ਇਹਨਾਂ ਉੱਪਰ ਕੋਈ ਚੀਜ਼ ਹੈ ਤਾਂ ਉਹਨੂੰ ਆਪਾਂ ਮਨੀ ਬਿੱਲ ਕੰਸੀਡਰ ਕਰਾਂਗੇ। ਇੱਕ ਗੱਲ ਹੋਰ ਇੰਪੋਰਟੈਂਟ ਹੈ ਜਿਹੜਾ ਮਨੀ ਬਿੱਲ ਹੈ ਉਹ ਸਿਰਫ ਔਰ ਸਿਰਫ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋ ਸਕਦਾ ਹੈ। ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੋਊਗਾ ਦੈਨ ਰਾਜ ਸਭਾ ਕੋਲ ਜਾਊਗਾ। ਐਵੇਂ ਨਹੀਂ ਹੈਗਾ ਕਿ ਰਾਜ ਸਭਾ ਦੇ ਵਿੱਚ ਇੰਟਰੋਡਿਊਸ ਹੋ ਜਾਊਗਾ ਫਿਰ ਲੋਕ ਸਭਾ ਕੋਲ ਆਊਗਾ ਨੋ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਹੋ ਸਕਦਾ ਹੈ। ਉਹ ਵੀ ਕਿਹਦੀ ਰਿਕਮੈਂਡੇਸ਼ਨ ਤੇ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਤੇ ਉਹਨੂੰ ਪਾਸ ਕੀਤਾ ਜਾਂਦਾ ਲੋਕ ਸਭਾ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਜਿੰਨੇ ਵੀ ਲੋਕ ਬੈਠੇ ਹੁੰਦੇ ਤੇ ਵੋਟ ਕਰ ਰਹੇ ਆ ਸਿੰਪਲ ਮੈਜੋਰਿਟੀ ਦੇ ਨਾਲ ਲੋਕ ਸਭਾ ਦੇ ਵਿੱਚ ਉਹਨੂੰ ਪਾਸ ਕੀਤਾ ਜਾਂਦਾ ਠੀਕ ਹੈ। ਉਹ ਤੋਂ ਬਾਅਦ ਜਦੋਂ ਲੋਕ ਸਭਾ ਦੇ ਵਿੱਚ ਮਨੀ ਬਿੱਲ ਪਾਸ ਹੋ ਗਿਆ ਠੀਕ ਹੈ ਦੈਨ ਉਹਨੂੰ ਭੇਜਿਆ ਜਾਂਦਾ ਰਾਜ ਸਭਾ ਦੇ ਵਿੱਚ ਕਿ ਰਾਜ ਸਭਾ ਦੇ ਵਿੱਚ ਇਹਦੀ ਰਿਕਮੈਂਡੇਸ਼ਨ ਹੋਵੇ ਉਹਨੂੰ ਪਾਸ ਕੀਤਾ ਜਾਵੇ ਠੀਕ ਹੈ। ਅਗਰ ਰਾਜ ਸਭਾ ਜਿਹੜੀ ਹੈ ਉਹਨੇ ਸਪੋਜ਼ ਮਨੀ ਬਿੱਲ ਨੂੰ ਕੁਝ ਉਹਦੇ ਪੁਆਇੰਟਸ ਨੂੰ ਅਮੈਂਡ ਕੀਤਾ ਹੁਣ ਜਿਹੜੀ ਲੋਕ ਸਭਾ ਹੈ ਉਹ ਅਮੈਂਡਮੈਂਟਸ ਨੂੰ ਮੰਨ ਵੀ ਸਕਦੀ ਹੈ ਜਾਂ ਨਹੀਂ ਵੀ ਮੰਨ ਸਕਦੀ ਠੀਕ ਹੈ। ਓਕੇ ਤੇ ਅਗਰ ਰਾਜ ਸਭਾ ਜਿਹੜੀ ਹੈ ਉਹ ਆਪਣੀ ਰਿਕਮੈਂਡੇਸ਼ਨ 14 ਦਿਨ ਦੇ ਅੰਦਰ ਨਾ ਦੇਵੇ ਕਿ 14 ਦਿਨ ਹੋ ਗਏ ਰਾਜ ਸਭਾ ਕੋਲ ਮਨੀ ਬਿੱਲ ਨੂੰ ਭੇਜੇ ਹੋਏ ਤਾਂ ਲੋਕ ਸਭਾ ਆਪਣੀ ਮਰਜ਼ੀ ਦੇ ਨਾਲ ਉਹਨੂੰ ਪਾਸ ਕਰ ਸਕਦੀ ਹੈ ਠੀਕ ਹੈ। ਓਕੇ ਸੋ ਇਹਦੇ ਵਿੱਚ ਆਨਸਰ ਕੀ ਆਊਗਾ ਕਿ ਅਗਰ ਮਨੀ ਬਿੱਲ ਜਿਹੜੀ ਹੈ ਉਹਨੂੰ ਸਬਸਟੈਂਸ਼ੀਅਲੀ ਅਮੈਂਡ ਕੀਤਾ ਰਾਜ ਸਭਾ ਨੇ ਤਾਂ ਜਿਹੜੀ ਲੋਕ ਸਭਾ ਹੈ ਉਹ ਸਟਿਲ ਉਹਨੂੰ ਪਾਸ ਕਰ ਸਕਦੀ ਹੈ ਅਸੈਪਟ ਕਰ ਵੀ ਸਕਦੀ ਹੈ ਜੋ ਅਮੈਂਡਮੈਂਟਸ ਰਾਜ ਸਭਾ ਨੇ ਕੀਤੀਆਂ ਨੇ ਤੇ ਨਹੀਂ ਵੀ ਕਰ ਸਕਦੀ। ਲੋਕ ਸਭਾ ਜ਼ਿਆਦਾ ਪਾਵਰਫੁਲ ਹੁੰਦੀ ਹੈ ਮਨੀ ਬਿੱਲ ਦੇ ਕੇਸ ਦੇ ਵਿੱਚ ਐਸ ਕੰਪੇਅਰ ਟੂ ਰਾਜ ਸਭਾ। ਇਹ ਚੀਜ਼ ਯਾਦ ਰੱਖਿਓ ਇਹ ਵੀ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਕਿ ਕਿੰਨੇ ਦਿਨਾਂ ਦੇ ਅੰਦਰ ਰਾਜ ਸਭਾ ਨੇ ਮਨੀ ਬਿੱਲ ਨੂੰ ਪਾਸ ਕਰਨਾ ਹੁੰਦਾ ਹੈ ਆਪਣੀ ਰਿਕਮੈਂਡੇਸ਼ਨਸ ਦੇਣੀਆਂ ਹੁੰਦੀਆਂ ਨੇ 14 ਦਿਨ ਦੇ ਅੰਦਰ ਅੰਦਰ ਓਕੇ। ਉਹ ਤੋਂ ਬਾਅਦ ਨੈਕਸਟ ਹੈ
ਇਨਫੋਰਸਮੈਂਟ ਡਾਇਰੈਕਟੋਰੇਟ ਆਫ ਫਾਈਨਾਂਸ ਮਿਨਿਸਟਰੀ ਜਿਹੜਾ ਹੈ ਉਹ ਕਾਦੇ ਲਈ ਰਿਸਪੌਂਸਿਬਲ ਹੁੰਦੇ ਆ ਇਨਫੋਰਸ ਕਰਨ ਲਈ ਪ੍ਰੋਵੀਜ਼ਨਸ FEMA that is Foreign Exchange Management Act ਦਾ collection of intelligence regarding possible cases of money laundering ठीक है और तो बाद assessment of cases of evasion of income tax या फिर confiscation of property of crime under prevention of money laundering act ਸੋ ਇਹਨਾਂ ਵਿੱਚੋਂ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਫਾਈਨਾਂਸ ਮਿਨਿਸਟਰੀ ਤੋਂ ਕਿਹੜੀ ਚੀਜ਼ ਦੇਖਦੇ ਆ FEMA ਦੇ ਪ੍ਰੋਵੀਜ਼ਨਸ ਨੂੰ ਇਨਫੋਰਸ ਕਰਨ ਦਾ ठीक है मनी लॉन्ड्रिंग ਜਿਹੜੀ ਹੋ ਰਹੀ ਹੈ ਉਹਦੇ ਬਾਰੇ ਇੰਟੈਲੀਜੈਂਸ ਲੈਣ ਦਾ ਮਤਲਬ ਉਹਦੇ ਬਾਰੇ ਪਤਾ ਕਰਨ ਦਾ ਉਸ ਤੋਂ ਬਾਅਦ ਉਹ ਕੇਸਿਸ ਨੂੰ ਅਸੈਸ ਕਰਨ ਦਾ ਜਿਹੜੇ ਕਿ ਇਨਕਮ ਟੈਕਸ ਤੇ ਇਵੇਜਨ ਨਾਲ ਰਿਲੇਟਡ ਹੈ ਜਾਂ ਫਿਰ ਕਨਫੈਸਟੀਕੇਟ ਕਰਨਾ ਪ੍ਰਾਪਰਟੀ ਨੂੰ ਕਿ ਜਿਹੜਾ ਕ੍ਰਾਈਮ ਹੈ ਕਿ ਕਨਫੈਸਟੀਕੇਟ ਕੀਤਾ ਗਿਆ ਪ੍ਰਾਪਰਟੀ ਨੂੰ ਅੰਡਰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਉਹਨੂੰ ਦੇਖਣਾ ਸੋ ਇਹਦੇ ਵਿੱਚੋਂ ਦੇਖਦੇ ਹਾਂ ਵੀ ਕਿਹੜੀ ਚੀਜ਼ ਕਰੈਕਟ ਹੈ ਦੇਖੋ ਡਾਇਰੈਕਟੋਰੇਟ ਆਫ ਇਨਫੋਰਸਮੈਂਟ ED is a law enforcement agency and economic intelligence agency ਜਿਹੜੀ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਹੈ ਉਹ ਇੱਕ ਲਾਅ ਇਨਫੋਰਸਮੈਂਟ ਏਜੰਸੀ ਹੈ ਤੇ ਇਕਨੋਮਿਕ ਇੰਟੈਲੀਜੈਂਸ ਏਜੰਸੀ ਹੈ ਜਿਹੜੀ ਕਿ ਕਾਦੇ ਲਈ ਰਿਸਪੌਂਸਿਬਲ ਹੈ ਇਕਨੋਮਿਕ ਲਾਜ਼ ਨੂੰ ਇਨਫੋਰਸ ਕਰਨ ਦੇ ਲਈ ਤੇ ਇਕਨੋਮਿਕ ਕ੍ਰਾਈਮਸ ਜਿਹੜੇ ਇੰਡੀਆ 'ਚ ਹੁੰਦੇ ਉਹਨਾਂ ਨਾਲ ਲੜਨ ਦੇ ਲਈ ਠੀਕ ਹੈ ਜਿਹੜਾ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਹੈ ਉਹ ਪਾਰਟ ਹੈ ਡਿਪਾਰਟਮੈਂਟ ਆਫ ਰੈਵਨਿਊ ਮਿਨਿਸਟਰੀ ਆਫ ਫਾਈਨਾਂਸ ਦਾ ਓਕੇ ਤੇ ਇਹਦੇ ਵਿੱਚ ਆਫੀਸਰਸ ਹੁੰਦੇ ਹੈ ਇੰਡੀਅਨ ਰੈਵਨਿਊ ਸਰਵਿਸ ਇੰਡੀਅਨ ਪੁਲਿਸ ਸਰਵਿਸ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਐਜ਼ ਵੈਲ ਐਜ਼ promoted officers from its own cadre okay ਉਹ ਤੋਂ ਬਾਅਦ ਨੈਕਸਟ ਕੀ ਹੈ ਜਿਹੜਾ ਮੇਨ ਆਬਜੈਕਟਿਵ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉਹ ਕੀ ਹੈ ਇਨਫੋਰਸਮੈਂਟ ਕਰਨਾ ਦੋ ਐਕਟਸ ਦੀ ਗਵਰਨਮੈਂਟ ਆਫ ਇੰਡੀਆ ਦੇ ਕਿਹੜੇ ਕਿਹੜੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 that is FEMA ਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 that is PMLA ED's official website enlists its other objective which are primarily linked to checking money laundering in India मतलब money laundering ਨੂੰ ਵੀ ਚੈੱਕ ਕਰਦੀ ਹੈ ਇਹ ਇੰਡੀਆ ਦੇ ਵਿੱਚ ਠੀਕ ਹੈ in fact it is an investigation agency so providing complete details on public domain is against the rules of government of India okay so ਅਗਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਕਿਹੜੀ ਚੀਜ਼ਾਂ ਨੇ ਇਨਫੋਰਸ ਕਰਨਾ ਪ੍ਰੋਵੀਜ਼ਨਸ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦਾ ठीक है ਤੇ ਕਨਫੈਸਕੇਸ਼ਨ ਕਰਨਾ ਪ੍ਰੋਪਰਟੀ ਆਫ ਕ੍ਰਾਈਮ ਅੰਡਰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤੇ ਨਾਲ ਹੀ ਇੰਟੈਲੀਜੈਂਸ ਵੀ ਕਲੈਕਟ ਕਰਦੀ ਹੈ ਰਿਗਾਰਡਿੰਗ ਮਨੀ ਲਾਂਡਰਿੰਗ ਸੋ 1 2 ਐਂਡ 4 ਸੋ ਇਹਦਾ ਆਨਸਰ ਕੀ ਆਏਗਾ C ਓਕੇ ਉਹ ਤੋਂ ਬਾਅਦ ਨੈਕਸਟ ਪਰਪਸ ਆਫ ਫਿਸਕਲ ਰਿਸਪੌਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਐਕਟ ਇਜ਼ ਅਮੰਗ ਅਦਰ ਥਿੰਗਸ ਸੋ ਜੋ ਪਰਪਸ ਹੈ FRBMA ਦਾ ਉਹ ਕੀ ਹੈ ਰੈਗੂਲੇਟ ਕਰਨਾ ਗਵਰਨਮੈਂਟ ਦੀ ਬੋਰੋਇੰਗ ਨੂੰ ਅਲਾਉ ਕਰਨਾ ਅਰਬਨ ਲੋਕਲ ਬਾਡੀਜ਼ ਨੂੰ ਕਿ ਉਹ ਡੈਬਟਸ ਨੂੰ ਇਨਕਰ ਕਰਨ ਠੀਕ ਹੈ ਸਟੇਟ ਗਵਰਨਮੈਂਟ ਨੂੰ ਰਿਸਪੌਂਸਿਬਲ ਕਰਾਰ ਦੇਣਾ ਤਾਂ ਕਿ ਉਹ ਸੈਂਟਰਲ ਸਕੀਮਸ ਨੂੰ ਪ੍ਰੋਪਰ ਇੰਪਲੀਮੈਂਟ ਕਰ ਸਕੇ ਜਾਂ ਨਨ ਆਫ ਦਾ ਅਬਵ ਹੁਣ ਜਿਹੜੇ ਦੋ ਕੁਐਸਚਨਸ ਹੈ ਨਾ ਇਹ ਤੁਸੀਂ ਪੋਲਿਟੀ 'ਚ ਵੀ ਲੈ ਸਕਦੇ ਹੋ ਇਕਨੋਮਿਕਸ 'ਚ ਵੀ ਲੈ ਸਕਦੇ ਹੋ ਸੋ ਮੈਂ ਪੋਲਿਟੀ 'ਚ ਐਡ ਕਰ ਲੇ ਓਕੇ ਸੋ ਫਿਸਕਲ ਰਿਸਪੌਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਐਕਟ ਇੱਕ ਐਕਟ ਹੈ ਪਾਰਲੀਮੈਂਟ ਦਾ ਜਿਹੜਾ ਕਿ ਇੰਸਟੀਟਿਊਸ਼ਨਲਾਈਜ਼ ਕਰਦਾ ਹੈ ਫਾਈਨੈਂਸ਼ੀਅਲ ਡਿਸਿਪਲਿਨ ਨੂੰ ठीक है ताकि ਜਿਹੜਾ ਇੰਡੀਆ ਦਾ ਫਿਸਕਲ ਡੈਫਿਸਿਟ ਹੈ ਉਹਨੂੰ ਘਟਾਉਣ ਦਾ ਕੰਮ ਕਰਦਾ ਹੈ ਇੰਪਰੂਵ ਕਰਦਾ ਹੈ ਮੈਕਰੋ ਇਕਨੋਮਿਕ ਮੈਨੇਜਮੈਂਟ ਐਂਡ ਓਵਰਆਲ ਮੈਨੇਜਮੈਂਟ ਆਫ ਪਬਲਿਕ ਫੰਡਸ ਬਾਈ ਮੂਵਿੰਗ ਟੂਵਰਡਸ ਅ ਬੈਲੈਂਸਡ ਬਜਟ ਰੈਗੂਲੇਟ ਗਵਰਨਮੈਂਟ ਬੋਰੋਇੰਗ ਮਤਲਬ ਗਵਰਨਮੈਂਟ ਦੀ ਬੋਰੋਇੰਗ ਨੂੰ ਵੀ ਰੈਗੂਲੇਟ ਕਰਦਾ ਹੈ ਜਿਹੜੀ ਚੀਜ਼ਾਂ ਲਿਖੀਆਂ ਹੋਈਆਂ ਨੇ ਉਹ ਸਾਰਿਆਂ ਨੂੰ ਇਹਦੇ ਦੁਆਰਾ ਰੈਗੂਲੇਟ ਕੀਤਾ ਜਾਂਦਾ ਹੈ ਸੋ ਇਹਦਾ ਆਨਸਰ ਕੀ ਹੋਊਗਾ ਰੈਗੂਲੇਟ ਕਰਨਾ ਗਵਰਨਮੈਂਟ ਬੋਰੋਇੰਗ ਨੂੰ ਠੀਕ ਹੈ ਆਨਸਰ A ਉਹ ਤੋਂ ਬਾਅਦ ਨੈਕਸਟ ਹੈ Consider the following statement regarding the CAG ਹੁਣ CAG ਕੰਟਰੋਲਰ ਆਡੀਟਰ ਜਨਰਲ ਬਾਰੇ ਦੱਸੋ ਕਿਹੜੀ ਚੀਜ਼ ਕਰੈਕਟ ਹੈ ਜਿਹੜਾ CAG ਹੈ ਉਹਨੂੰ ਫਰੈਂਡ ਫਿਲਾਸਫਰ ਤੇ ਗਾਈਡ ਬੋਲਦੇ ਆ ਪਬਲਿਕ ਅਕਾਊਂਟ ਕਮੇਟੀ ਦਾ ਠੀਕ ਹੈ ਇਹਦਾ ਕੋਈ ਵੀ ਕੰਟਰੋਲ ਨਹੀਂ ਹੁੰਦਾ ਇਸ਼ੂ ਆਫ ਮਨੀ ਫਰਮ ਕੰਸੋਲੀਡੇਟ ਫੰਡ ਆਫ ਇੰਡੀਆ ਇਟ ਇਜ਼ ਕੰਸਰਨਡ ਓਨਲੀ ਐਟ ਦ ਆਡਿਟ ਸਟੇਜ ਕਿ ਜਦੋਂ ਮਨੀ ਨੂੰ ਕੱਢਣਾ ਹੈ ਕੰਸੋਲੀਡੇਟ ਫੰਡ ਆਫ ਇੰਡੀਆ 'ਚ ਜਾਂ ਫਿਰ ਮਨੀ ਨੂੰ ਕੰਟਰੋਲ ਕਰਨਾ ਕੰਸੋਲੀਡੇਟ ਫੰਡ ਆਫ ਇੰਡੀਆ 'ਚ ਇਹਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੁੰਦਾ ठीक है सिर्फ ऑडिट स्टेज नाल रिलेटेड हुंदा जदों एक्सपेंडिचर जो हो चुका ओदा ऑडिट करना होवे सो केड़ी स्टेटमेंट्स करैक्ट है इन्हां विचों सो देखदे हैं पहला इहदे बारे देखो हेड ऑफ इंडियन ऑडिट एंड अकाउंट्स डिपार्टमेंट जिहड़ा कैग है वो हेड है इंडियन ऑडिट ते अकाउंट डिपार्टमेंट दा इहनूं 1753 दे विच क्रिएट किया गया गार्डियन बोलिया जांदा पब्लिक पर्स दा ते कंट्रोल करदा सारे फाइनैंशियल सिस्टम नूं कंट्री दे ठीक है सेंटर ते स्टेट लैवल दोनों के उपर उस तो बाद मेन एक एक्ट करता है एज अ बुलवॉक ऑफ डेमोक्रेटिक सिस्टम ऑफ गवर्नमेंट अदर बुलवॉक केड़े केड़े ने सुप्रीम कोर्ट इलैक्शन कमीशन ऑफ इंडिया ते यूपीएससी
ਉਹ ਤੋਂ ਬਾਅਦ ਨੈਕਸਟ अगर आप कैग की गल करिए तो प्रेजिडेंट द्वारा अपॉइंट किया जाता है कैग नूं, ठीक है। टेन्योर की गल करिए तो 6 ईयर्स है या फिर एज ऑफ 65 ईयर्स जो भी अर्लीयर है। उस तो बाद रिमूवर की गल करिए तो प्रेजिडेंट ही इनू रिमूव करता है, ठीक है। जिस बेसिस के उपर सुप्रीम कोर्ट के जजिस नूं रिमूव किया जाता है उही सेम ग्राउंड के उपर कैग नूं भी रिमूव किया जाता है। उस तो बाद नैक्सट अगर आप ड्यूटीज ते पावर्स की गल करिए, ऑडिट करता है अकाउंट्स जिन्ने भी रिलेटिड हैं कंसोलीडेट फंड ऑफ इंडिया चो जो खर्चे होंगे हैं ਉਹਦੇ ਨਾਲ रिलेटिड, ठीक है। कंसोलीडेट फंड ऑफ ईच स्टेट ਉਹਦੇ अकाउंट्स ਨੂੰ भी ऑडिट करता है एंड कंसोलीडेट फंड ऑफ ईच यूनियन टैरेटरी ਜਿਹਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੈ ਉਹਨੂੰ ਵੀ ਇਹ ऑडिट करता है। ਉਹ ਤੋਂ ਬਾਅਦ ऑडिट करता है सारे एक्सपेंडिचर्स ਨੂੰ फ्रॉम कॉन्टीजेंसी फंड ऑफ इंडिया एंड पब्लिक अकाउंट ऑफ इंडिया एज वेल एज कॉन्टीजेंसी फंड ऑफ ईच स्टेट एंड पब्लिक अकाउंट ऑफ ईच स्टेट। ऑडिट करता है प्रॉफिट ते लॉस अकाउंट्स नू, बैलेंस शीट नू ते अदर सबसिडरी अकाउंट्स नू जो कि डिपार्टमेंट द्वारा रखे होंगे सेंट्रल ते स्टेट गवर्नमेंट दे। उस तो बाद ऑडिट करता है रिसिप्ट ते एक्सपेंडिचर कीदियां बॉडीज ते अथॉरिटीज जिन्होंने सेंट्रल या स्टेट गवर्नमेंट पैसे दिंदी है, ठीक है। गवर्नमेंट कंपनीज अदर कॉरपोरेशन एंड बॉडीज जो भी जरूरत पैंदी है उन्हों की ऑडिटिंग के लिए। ये बहुत इंपॉर्टेंट टॉपिक है, बहुत इंपॉर्टेंट पॉइंट्स हैं कि जो कैग है वह किनू किनू ऑडिट कर सकता है, सो ये ध्यान नाल समझियो। उस तो बाद नैक्सट अगर आप देखिए होर की यदि पावर्स हैं, ऑडिट करता है अकाउंट्स किसी भी अथॉरिटी की जो प्रेजिडेंट या गवर्नर रिक्वेस्ट करे कि पर्टिकुलर कंपनी के जोड़े अकाउंट्स उन्होंने ऑडिट किया जाए, ठीक है। उस तो बाद जो कैग है वह एक्ट करता है एज गाइड फ्रेंड ते फिलोसफर की पब्लिक अकाउंट कमेटी का पार्लीमेंट की। ओके सो हुण आप आंसर देखते हैं कि आएगा केड़ी स्टेटमेंट करैक्ट है। जिहड़ा कैग है फ्रेंड फिलोसफर ते गाइड है पब्लिक अकाउंट कमेटी का, ठीक है। इसका कोई भी कंट्रोल नहीं होंदा मनी नूं इशू करन दे विच, ये सिर्फ ऑडिटिंग करता है, ठीक है। कि जो खर्चे हो चुके होंगे तो बाद देखता है भी सही होया सब कुछ है नहीं, सो ये वाली स्टेटमेंट भी ठीक है। उस तो बाद जिहड़ा कैग है वो सिर्फ ऑडिट स्टेज नाल रिलेटेड होंदा है जो एक्सपेंडिचर हो चुका होंदा है, सो ये वाला भी ठीक है। सो इसका आंसर क्या होगा डी, दैट इज ऑल ऑफ द अबव, मतलब सारी स्टेटमेंट्स ठीक ने। उस तो बाद नैक्सट क्वेश्चन देखो, जिहड़ा कैग है वो अपनी जिहड़ी सबमिट करदा है रिपोर्ट किनू करदा है, सेंटर दे रिगार्डिंग प्रेजिडेंट, पार्लियामेंट, चेयरमैन ऑफ प्लानिंग कमीशन या फिर चीफ जस्टिस ऑफ इंडिया। सो देखते हैं, देखो कैग सबमिट करदा ऑडिट रिपोर्ट जिहड़े कि सेंटर दे अकाउंट्स नाल रिलेटेड है किनू करदा है प्रेजिडेंट नू, ठीक है। फिर प्रेजिडेंट जी कैग की रिपोर्ट है दोनों हाउसिस के अगे, मतलब पार्लीमेंट जो दो हाउसिस है लोक सभा राज्य सभा उन्होंने दोनों के अगे रखता है, ठीक है। उस तो बाद अगर स्टेट की अकाउंटिंग की है कैग ने तो वह किनू दूगा गवर्नर नू, फिर जो गवर्नर है वह स्टेट लैजिस्लेचर के अगे रिपोर्ट नू पेश करूगा। तो जो कैग है वह एक्ट करता है एज गाइड फ्रेंड फिलोसफर पब्लिक अकाउंट कमेटी का, ये थोड़ा मैं दस चुकी है। सो इसका आंसर क्या आएगा कि सेंटर की जी ऑडिटिंग की रिपोर्ट है वह किनू दिंदा है प्रेजिडेंट नू, अगर स्टेट आ जाता तो स्टेट की किनू दिंदा है गवर्नर नू। ओके सो ये चीज याद रखियो। इन्हां विचों केड़ा आर्टिकल है जिहदे विच प्रोविजनस रखे गए हैं कि जिहड़े SC STs SC या ST ने उन्हां दी रिजर्वेशन होगी गवर्नमेंट सर्विसेज दे विच, आर्टिकल 332, आर्टिकल 333, 334 या 335। सो देखते हैं आंसर क्या आएगा, इसका आंसर आएगा सी, दैट इज आर्टिकल 334। ये प्रोवाइड करता है कि सीट्स नू रिजर्व किया जाए शेड्यूल कास्ट या शेड्यूल ट्राइब से जिहड़े कैंडीडेट्स हैं उन्हां लई इन लोक सभा एंड स्टेट विधान सभा। ओके सो इसका आंसर क्या आएगा सी, दैट इज आर्टिकल नंबर 334। ओके उस तो बाद फर्स्ट इंडियन स्टेट केड़ी है जिहदे विच लोकायुक्त नू एस्टैबलिश किया गया, बिहार, उत्तर प्रदेश, आंध्र प्रदेश, महाराष्ट्र। इसका आंसर आएगा डी, दैट इज महाराष्ट्र। ओके महाराष्ट्र दे विच लोकायुक्त नू एस्टैबलिश किया गया किहदे नाल, लोकायुक्त ते उप लोकायुक्त एक्ट 1971 दे नाल। उस तो बाद नैक्सट है अगली देखते हैं चीज, प्रोसैस ऑफ रिमूवल ऑफ जज ऑफ हाई कोर्ट इन इंडिया इज सेम एज दैट ऑफ रिमूवल ऑफ जज ऑफ सुप्रीम कोर्ट। जिवें सपोज करो जज है हाई कोर्ट का तो यह जज है सुप्रीम कोर्ट का, इन्हां दोनों नू रिमूव करने की जिहड़ी प्रोसैस है वो सेम है। ये पूछा गया पहले स्टेटमेंट दे विच, जो रिटायरमेंट हो जाती है ऑफिस चों तो जो परमानेंट जज है हाई कोर्ट का वह एक्ट नहीं कर सकता किसी भी कोर्ट दे विच या फिर किसी भी इंडियन अथॉरिटी के अगे, मतलब उन्होंने फिर तो रिक्रूट नहीं किया जा सकता, काम नहीं कर सकता जो एक बार रिटायर हो गया, ये मतलब है।
सो केड़ी स्टेटमेंट करैक्ट है? ओनली वन, ओनली टू, बोथ वन एंड टू, नीदर वन एंड टू, करैक्ट पूछा होया है। सो पहला डिस्कस करते हैं फिर देखते हैं आंसर। देखो ਜਿਹੜਾ ਜੱਜ ਹੈ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਉਹਨੂੰ ਰਿਮੂਵ ਕੀਤਾ ਜਾਂਦਾ ਹੈ ਪ੍ਰੋਸੈਸ ਆਫ ਇੰਪੀਚਮੈਂਟ ਦੇ ਨਾਲ। ਠੀਕ ਹੈ, ਜਿਹੜਾ ਪ੍ਰੈਜ਼ੀਡੈਂਟ ਹੈ ਉਹਦੇ ਕੋਲ ਇੰਨੀ ਪਾਵਰ ਹੈ ਕਿ ਉਹ ਰਿਮੂਵ ਕਰੇ ਜੱਜ ਨੂੰ ਆਪਣੇ ਆਫਿਸ ਤੋਂ ਜਦੋਂ ਪਾਰਲੀਮੈਂਟ ਦੇ ਵਿੱਚ ਉਹਦੀ ਇੰਪੀਚਮੈਂਟ ਦਾ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਹੋ ਗਿਆ। ਠੀਕ ਹੈ, ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਇੰਪੀਚਮੈਂਟ ਦੀ ਪ੍ਰੋਸੈਸ ਚੱਲ ਰਹੀ ਹੈ ਕਿਸੇ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੇ ਖਿਲਾਫ, ਤਾਂ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਮੈਜੋਰਿਟੀ ਦੇ ਨਾਲ ਜਿਹੜੀ ਇਹ ਚੀਜ਼ ਆ ਉਹ ਪਾਸ ਹੁੰਦੀ ਹੈ। ठीक है, हरेक हाउस दे विच मतलब लोक सभा दे विच भी स्पैशल मैजोरिटी नाल पास होगा कि जज है जिहड़ा इंपीच हो जाऊगा, ते राज्य सभा दे विच भी। ठीक है, ਇਹਦੇ ਵਿੱਚ स्पैशल मैजोरिटी क्या है? मैजोरिटी ऑफ टोटल मैंबरशिप ऑफ हाउस एंड मैजोरिटी ऑफ नॉट लैस दैन 2/3 ऑफ मैंबर प्रेजेंट एंड वोटिंग। कि एक तो हाउस की मैजोरिटी होनी चाहिए मतलब 50% तो ज़्यादा, ते नाल 2/3 ऑफ मैंबर की मैजोरिटी होनी चाहिए जिहड़े उत्थे वोट कर रहे हैं ते प्रेजेंट है। ठीक है, ये तो होया पहला पॉइंट कि दोनों की प्रोसैस सेम होंगी है, तो स्पैशल मैजोरिटी नाल पार्लीमेंट दे विच उहनूं पास किया जाता है। उस तो बाद नैक्सट की है कि जो रिटायर परमानेंट जज है हाई कोर्ट दे, ठीक है, वो किसी भी कोर्ट के अगे एक्ट या प्लीड नहीं कर सकते ते इंडिया की एक्सैप्ट सुप्रीम कोर्ट और अदर हाई कोर्ट। ठीक है, मतलब सुप्रीम कोर्ट या जो बाकी दे हाई कोर्ट है वो कर सकते हैं। ठीक है, बाकियां च नहीं कर सकते। सो ਜਿਹੜਾ ਆਪਣੇ ਕੋਲ ਸਟੇਟਮੈਂਟ 2 ਹੈ ਉਹ ਇਨਕਰੈਕਟ ਹੈ ਬਿਕੋਜ਼ ਜਿਹੜੇ ਜੱਜ ਹੁੰਦੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਐਕਟ ਕਰ ਸਕਦੇ ਆ। ਸੋ ਸੈਕੰਡ ਸਟੇਟਮੈਂਟ ਗਲਤ ਹੋ ਗਈ, ਫਸਟ ਸਟੇਟਮੈਂਟ ਕਰੈਕਟ ਹੈ। ਸੋ ਆਨਸਰ ਕੀ ਆਊਗਾ? ਓਨਲੀ ਏ। ਉਸ ਤੋਂ ਬਾਅਦ ਨੈਕਸਟ ਹੈ ਚੀਫ ਜਸਟਿਸ ਆਫ ਇੰਡੀਆ ਕੌਣ ਸੀਗਾ ਜਦੋਂ ਪਬਲਿਕ ਇੰਟਰਸਟ ਲਿਟੀਗੇਸ਼ਨ ਨੂੰ ਇੰਟਰੋਡਿਊਸ ਕੀਤਾ ਗਿਆ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਵਿੱਚ? ਇਹਦਾ ਆਨਸਰ ਕੀ ਆਊਗਾ? ਡੀ, ਦੈਟ ਇਜ਼ PN ਭਗਵਤੀ। ਓਕੇ, ਸੋ ਪ੍ਰਫੁੱਲ ਚੰਦਰ ਨਟਵਰ ਲਾਲ ਭਗਵਤੀ 17th चीफ जस्टिस इंडिया दे जिन्हां ने 12th जुलाई 1985 तो सर्व किया टिल 20 दिसंबर 1986 तक, ते उन्होंने पब्लिक इंटरस्ट लिटिगेशन का कंसैप्ट लैके आंदा सी। सो अज इस लैक्चर दे विच आपां ने सुप्रीम कोर्ट, हाई कोर्ट, ठीक है, लोकायुक्त नाल रिलेटेड एक क्वेश्चन देखा, उस तो इलावा FRBMA, ठीक है, ED इन्हां नाल रिलेटेड क्वेश्चंस देखे, ते नाल इंपॉर्टेंट एक होर ऑफिस बारे देखा हुआ हैगा कैग। ओके, सो आई होप हुण तुहानूं समझ आ गया होगा कि किस तरीके के क्वेश्चन है जिहड़े पेपर च पूछे गए ने। ओके, सो मिलदे नेक्स्ट लैक्चर दे विच, अज लई इन्ना ही। थैंक यू।